भाई उचारण करो जी। वाहिगुरु जी का खालसा, वाहिगुरु जी की फतेह। सतनाम वाहिगुरु साहिब जी। श्री राग महला तीजा। राग श्री राग है जी। शब्द गुरु अमरदास महाराज का उचारण किया होया है। गुणवंती सच पाया, कृष्णा तज बेकार। सतगुरु कहते हैं जिहड़ी गुणवान जीव रूपी इस्त्री है ना, वो तृष्णा नूं ते विकारां नूं अपने अंदरों दूर कर देंदी है और गुणा करके वो परमात्मा नूं प्राप्त कर लेंदी है। गुरमुख वो बंदा जिथे भी शोभदा है ना, वो गुणा करके शोभदा है। जे ते घर दे अंदर है, जिस दे अंदर चंगे गुण ने, उस सत्कार ते माण प्राप्त करता है। घर वाले भी उसकी इज्जत करते हैं, वो नगर च भी सत्कारयोग होता है, वो हरेक थां ते शोभदा है क्योंकि उसके अंदर गुण चंगे है। तो जे गुरु घर की गल करिए तो गुरु घर के अंदर भी चंगे गुणा वाला मनुख शोभदा है, तो रब के घर भी चंगे गुणा वाला मनुख प्रवान होंदा है। फरीदा आपन जे कीते दूनी विच दरके आए काम, भी जे इत्थे चंगे गुण असीं धारण करते हैं, गुरु साहब तो गुण सिख लैंदे हैं, फिर लोक परलोक के अंदर साडी शोभा होंदी है। गुणा सहित जिहड़ा जिउंदा है, तृष्णा नूं दूर कर लैंदा है, एवें भज दौड़ खत्म कर लैंदा है, तृष्णा के अधीन जीवन नहीं जिउंदा है। ताज वकार ता इधर तो नहीं छड्डना, उन्हें वकार छड्ड दित्ती है, तो फिर वो गुणवंती जीव रूपी इस्त्री को सच मिल जाता है, वो रब नूं प्राप्त कर लैंदी है। गुर शब्दी मन रंगिया, रसना प्रेम प्यार। गुरु के शब्द नाल जुड़ के ਉਹਦਾ ਮਨ ਦਾ ਨਾਮ रंग ਵਿੱਚ रंगिया जाता है, तो रसना ते भी प्रेम प्यार है। जिहदा मन रंगिया गया, रसना ते भी फिर चंगे शब्द ही होणगे ना, फिर तो बड़े प्रेम वाले बड़े प्यार वाले शब्द होणगे। जिहदा अंदर नहीं रंगिया, जिहड़ा अंदरों कलपिया, उन्हें तो फिर उहो ਜਿਹੇ बोल बोलने। जिहड़ा अंदरों जुड़िया है, वो फिर प्यार वाले बोल बोलता है, वो बड़े मिठे, क्योंकि उन्हें गुण ही मिठे गाए होंगे। मीठे हार गुण गाओ जिंदू तो, मीठे हार गुण गाओ सच्चे सेती रतिया, मिलिया निथावे थाओ। वो सच्चे नाम रंग विच रंगिया जाता है, ਉਹਦੀ ਭਾਉ ਭਾਖਿਆ ਜਿਹੜੀ ਨਾ ਪ੍ਰੇਮ ਪਿਆਰ ਵਾਲੀ ਹੋ ਜਾਂਦੀ ਹੈ। ਉਹ ਸਾਰਿਆਂ ਨਾਲ ਮਿਲ ਕੇ ਚੱਲਦਾ ਹੈ, ਸਾਰਿਆਂ ਤੋਂ ਸਲਾਹ ਲੈਂਦਾ ਹੈ, ਉਹ ਸਾਰਿਆਂ ਦੇ ਵਿੱਚ ਵਾਹਿਗੁਰੂ ਨੂੰ ਹਾਜ਼ਰ ਨਾਜ਼ਰ ਜਾਣਦਾ ਹੈ। ਇਸ ਕਰਕੇ ਭਾਈ ਉਹਦੀ ਰਸਨਾ ਤੇ ਵੀ ਬੜੇ ਪਿਆਰ ਵਾਲੇ ਬਚਨ ਹਨ। ਜਿਨ ਸਤਿਗੁਰ ਗਿਣੈ ਪਾਇਓ, ਕਰ ਵੇਖੋ ਮਨ ਵਿਚਾਰ। ਮਨ 'ਚ ਕੋਈ ਵਿਚਾਰ ਕਰਕੇ ਵੇਖ ਲੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਬੇਨ ਸਤਿਗੁਰ ਕਿਹੜੇ ਨਾ ਪਾਇਓ। ਸਤਿਗੁਰਾਂ ਤੋਂ ਬਗੈਰ ਕਿਸੇ ਨੂੰ ਵੀ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੋਈ ਹੈ। ਚਲੋ ਕਿਸੇ ਧਰਮ ਦੀ ਗੱਲ ਕਰੀਏ, ਗੁਰੂ ਤੇ ਧਾਰਨ ਕਰਨਾ ਹੀ ਪਿਆ ਹੈ। ਉਹ ਗੁਰੂ ਤੋਂ ਬਗੈਰ ਗਤੀ ਨਹੀਂ ਹੁੰਦੀ ਹੈ। ਉਹ ਕਿਸੇ ਵਿਸ਼ੇ ਨਾਲ ਸੰਬੰਧਿਤ ਆਪਾਂ, ਚਲੋ ਆਪਾਂ ਗੁਰੂ ਵੈਸੇ ਤੇ ਉਹਨੂੰ ਕਹਿੰਦੇ ਆ ਜਿਹੜਾ ਸਾਨੂੰ ਰੱਬ ਨਾਲ ਮਿਲਾਵੇ। ਚਲੋ ਜੇ ਦੁਨਿਆਵੀ ਤੌਰ ਤੇ ਮੈਂ ਕਿਸੇ ਤੋਂ ਗੁਰ ਸਿੱਖਣ ਵਾਲੇ ਨੂੰ ਗੁਰੂ ਕਿਹਾ ਜਾਂਦਾ ਹੈ, ਇਹ ਤੋਂ ਕੁਝ ਸਿੱਖਿਆ ਉਹ ਸਾਡਾ ਗੁਰੂ ਬਣ ਜਾਂਦਾ ਹੈ। ਪਰ ਇੱਥੇ ਤੇ ਸ਼ਬਦ ਵਿਚਾਰ ਦੀ ਗੱਲ ਹੈ, ਇੱਥੇ ਰੱਬ ਨੂੰ ਮਿਲਣ ਦੀ ਗੱਲ, ਇੱਥੇ ਦੁਨਿਆਵੀ ਧੰਦਿਆਂ ਦੀ ਗੱਲ ਨਹੀਂ ਹੈ ਵੀ ਅਸੀਂ ਕਿਸੇ ਤੋਂ ਸਿੱਖਿਆ ਤੇ ਕਾਮਯਾਬ ਹੋ ਗਏ। ਉਹ ਤੇ ਕਾਮਯਾਬ ਬੰਦੇ ਵੀ ਕਈ ਵਾਰੀ ਜੀਵਨ ਦੀ ਬਾਜ਼ੀ ਹਾਰ ਕੇ ਜਾਂਦੇ ਹੈ। ਮਹਾਰਾਜ ਦੁਨਿਆਵੀ ਤੌਰ ਤੇ ਕਾਮਯਾਬ ਹੋਣ ਦੀ ਗੱਲ ਨਹੀਂ ਕਰਦੇ। ਹਾਂ, ਦੁਨਿਆਵੀ ਤੌਰ ਤੇ ਉਹ ਪਹਿਲੀ ਪੰਕਤੀ ਸੀ ਮਹਾਰਾਜ ਨੇ ਕਿਹਾ ਤ੍ਰਿਸ਼ਨਾ ਨੂੰ ਮਾਰ ਕੇ ਜਿਉਣਾ ਹੈ। ਗੁਜ਼ਾਰਾ ਸਾਰਿਆਂ ਦਾ ਚੱਲਦਾ, ਤ੍ਰਿਸ਼ਨਾ ਦੇ ਅਧੀਨ ਬੰਦਾ ਗਲਤ ਕੰਮ ਕਰਕੇ ਉਹ ਧਨ ਇਕੱਠਾ ਕਰਨ 'ਚ ਲੱਗਾ। ਮਹਾਰਾਜ ਕਹਿੰਦੇ ਇਹ ਚੀਜ਼ ਦਾ ਤਿਆਗ ਕਰਨਾ ਹੈ
ਕਿ ਸਤਿਗੁਰੂ ਤੋਂ ਬਗੈਰ ਪ੍ਰਮਾਤਮਾ ਨਹੀਂ ਮਿਲਦਾ। ਇਹ ਕੋਈ ਮਨ 'ਚ ਵਿਚਾਰ ਕਰਕੇ ਵੇਖ ਲੈ, ਗੁਰੂ ਤੋਂ ਬਗੈਰ ਗਿਆਨ ਨਹੀਂ। ਮਨ ਮੁਖ ਮੈਲ ਨਾ ਉਤਰੈ, ਜਿਚਰ ਗੁਰ ਸ਼ਬਦ ਨ ਕਰੇ ਪਿਆਰ। ਜਿਚਰ ਦਾ ਅਰਥ ਹੈ ਜਿੰਨਾ ਚਿਰ ਮਨਮੁਖ ਸ਼ਬਦ ਨਾਲ ਪਿਆਰ ਨਹੀਂ ਕਰਦਾ ਨਾ, ਤੇ ਮਨਮੁਖ ਦੀ ਮੈਲ ਨਹੀਂ ਉਤਰਦੀ ਹੈ। ਸ਼ਬਦ ਨੇ ਹੀ ਸਾਨੂੰ ਅੰਦਰੋਂ ਬਖਸ਼ਿਸ਼ ਵਰਤਾਉਣੀ ਹੈ, ਤੇ ਜੇ ਸ਼ਬਦ ਹੀ ਨਹੀਂ ਹੈ ਤੇ ਫਿਰ ਅੰਦਰੋਂ ਮੈਲ ਵੀ ਨਹੀਂ ਉਤਰਦੀ। ਮੈਲ ਅੱਜ ਦੀ ਨਹੀਂ ਹੈ, ਬੜੇ ਚਿਰ ਤੋਂ ਮੈਲ ਚੰਬੜੀ ਹੋਈ ਹੈ ਤੇ ਜਲਦੀ ਉਤਰਨ ਵਾਲੀ ਵੀ ਨਹੀਂ ਹੈ। ਗੁਰੂ ਕਿਰਪਾ ਕਰੇਗਾ ਤੇ ਉਹ ਫਿਰ ਬਖਸ਼ਿਸ਼ ਵਰਤੇਗੀ, ਉਹ ਮੈਲ ਉਤਰੇਗੀ। ਤੇ ਮਹਾਰਾਜ ਕਹਿੰਦੇ ਮਨ ਮੁਖ ਤੇ ਮੈਲ ਨਾਲ ਮਨ ਮੁਖ ਦਾ ਤੇ ਮਨ ਪਿੱਛੇ ਚੱਲਣ ਵਾਲਾ, ਉਹ ਵਿਕਾਰਾਂ ਦੀ ਮੈਲ ਇਕੱਠੀ ਕਰਦਾ ਹੈ। ਉਹਨੇ ਜਿੱਥੇ ਵੀ ਜਾਣਾ ਹੈ ਉਹਨੇ ਗੁਣ ਨਹੀਂ ਧਾਰਨ ਕਰਨਾ ਹੈ। ਮੱਖੀ ਹੈ ਨਾ, ਸਾਰੇ ਸਰੀਰ ਨੂੰ ਤੁਸੀਂ ਪਰਫਿਊਮ ਪਾਇਆ, ਤੁਸੀਂ ਹੋਰ ਕੋਈ ਕੈਮੀਕਲ ਵਧੀਆ ਲਾਇਆ ਖੁਸ਼ਬੂ ਵਾਲਾ, ਮੱਖੀ ਨੂੰ ਉਹਦੇ ਨਾਲ ਮਤਲਬ ਨਹੀਂ। ਮੱਖੀ ਨੇ ਉੱਥੇ ਬੈਠਣਾ ਹੈ ਜਿੱਥੇ ਤੁਹਾਡੇ ਸਰੀਰ ਤੇ ਜ਼ਖਮ ਹੋਏਗਾ। ਤੇ ਮਨਮੁਖ ਬੰਦਾ ਉਹ ਗੁਰਦੁਆਰੇ ਵੀ ਆਏਗਾ, ਗੁਰਮਤਿ ਸਮਾਗਮ 'ਚ ਵੀ ਜਾਏਗਾ, ਉਹਨੇ ਉਹੋ ਜਿਹੀ ਗੱਲ ਕਰਨੀ ਹੈ ਜਿਹੜੀ ਗੁਰੂ ਨੂੰ ਭਾਉਂਦੀ ਨਹੀਂ ਹੈ। ਐਸਾ ਕੁਝ ਸਾਨੂੰ ਮਿਲ ਜਾਂਦਾ ਹੈ। ਉਹ ਜਿੱਥੇ ਵੀ ਜਾਏਗਾ ਉਹਨੂੰ ਜਿੰਨਾ ਮਰਜ਼ੀ ਸਮਝਾ ਲਓ, ਮਨਮੁਖ ਸਮਝਣ ਦਾ ਯਤਨ ਨਹੀਂ ਕਰੇਗਾ ਜਿੰਨਾ ਚਿਰ ਉਹ ਆਪ ਖੁਦ ਸ਼ਬਦ ਨਾਲ ਪਿਆਰ ਨਹੀਂ ਕਰਦਾ। ਸਮਝਾਇਆ ਫਰਕ ਵੀ ਪੈਂਦਾ, ਪਰ ਜੇ ਮਨੁੱਖ ਬਦਲਣਾ ਨਾ ਚਾਹਵੇ ਤੇ ਮਨੁੱਖ ਨਹੀਂ ਬਦਲ ਸਕਦਾ। ਜੇ ਆਪਣੇ ਆਪ ਨੂੰ ਕੋਈ ਬਦਲਣਾ ਚਾਹੁੰਦਾ ਫਿਰ ਕਿਸੇ ਸਿਆਣੇ ਗੁਰੂ ਕੋਲ ਬੈਠੇਗਾ, ਕਿਸੇ ਗੁਣਵਾਨ ਕੋਲ ਬੈਠੇਗਾ ਔਰ ਗੁਰੂ ਕੀ ਸੰਗਤ ਵੀ ਕਰੇਗਾ। ਸ਼ਬਦ ਨਾਲ ਜੁੜੇਗਾ। ਸ਼ਬਦ ਦਾ ਅਰਥ ਹੈ ਗੁਰੂ ਸਾਹਿਬ ਦੀ ਸਿੱਖਿਆ ਨੂੰ ਸੁਣੇਗਾ ਤੇ ਮੈਲ ਤਾਂ ਹੀ ਉਤਰੇਗੀ। ਵਿਕਾਰ ਅੰਦਰੋਂ ਚੰਗੇ ਗੁਣ ਮਨੁੱਖ ਧਾਰਨ ਕਰੇਗਾ। ਕਈ ਗੁਰਮੁਖ ਪਿਆਰੇ ਅੰਮ੍ਰਿਤ ਛਕ ਲੈਂਦੇ, ਸੰਗਤ ਨਹੀਂ ਬਦਲਦੇ ਤੇ ਬਹੁਤਾ ਚਿਰ ਉਹ ਪ੍ਰਵਾਨ ਨਹੀਂ ਰਹਿੰਦੇ ਗੁਰੂ ਘਰ ਦੇ ਅੰਦਰ। ਜਿੱਥੇ ਜੁੜਨਾ ਉੱਥੇ ਸੰਗਤ ਬਦਲਣ ਦੀ ਜ਼ਰੂਰਤ ਹੈ, ਪਰ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਮਨੁੱਖ ਆਪਣੇ ਆਪ ਨੂੰ ਬਦਲਣਾ ਚਾਹੇ ਤੇ ਬਦਲ ਸਕਦਾ ਹੈ, ਨਹੀਂ ਤੇ ਨਹੀਂ। ਤੇ ਜੇ ਅੰਦਰੋਂ ਸ਼ਬਦ ਨਾਲ ਮਨੁੱਖ ਦਾ ਪਿਆਰ ਪੈ ਗਿਆ, ਮੈਲ ਤਾਂ ਉਤਰਨੀ ਹੈ। ਮੈਲ ਸ਼ਬਦ ਨਹੀਂ ਧੋਣੀ। ਮੈਂ ਕਿਸੇ ਦੇ ਅੰਦਰ ਨੂੰ ਸਾਫ਼ ਨਹੀਂ ਕਰ ਸਕਦਾ, ਸ਼ਬਦ ਨਾਲ ਉਹਨੂੰ ਜੋੜ ਦਿਓ, ਅੰਦਰੋਂ ਹੋ ਸਕਦਾ। ਜੇ ਜੁੜਨਾ ਚਾਹੇ ਤੇ ਕੋਈ ਜੁੜੇਗਾ, ਜੇ ਕੋਈ ਬਾਣੀ ਪੜ੍ਹਨਾ ਚਾਹੇਗਾ ਤੇ ਬਾਣੀ ਪੜ੍ਹੇਗਾ। ਤੁਸੀਂ ਨਹੀਂ ਉਹਨੂੰ ਪੜ੍ਹਾ ਸਕਦੇ ਹੋ। ਆਪਾਂ ਤਾਂ ਕਹਿ ਹੀ ਸਕਦੇ ਬਾਣੀ ਪੜ੍ਹਨੀ ਚਾਹੀਦੀ ਹੈ। ਜੋ ਪੜ੍ਹਨਾ ਚਾਹੇਗਾ ਤੇ ਪੜ੍ਹੇਗਾ। ਤੇ ਮਹਾਰਾਜ ਕਹਿੰਦੇ ਹੈ ਮਨਮੁਖ ਦੀ ਉਹਨਾਂ ਚਿਰ ਮੈਲ ਨਹੀਂ ਉਤਰਦੀ ਜਿੰਨਾ ਚਿਰ ਉਹ ਸ਼ਬਦ ਨਾਲ ਪਿਆਰ ਨਹੀਂ ਕਰਦਾ ਹੈ ਜੀ। ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਮੇਰੇ ਮਨ ਸਤਿਗੁਰੂ ਦੀ ਰਜ਼ਾ 'ਚ ਚੱਲ, ਉਹਦੇ ਹੁਕਮ ਨੂੰ ਮੰਨ, ਉਹਦੇ ਭਾਣੇ 'ਚ ਰਹਿ, ਉਹਦੀ ਰਜ਼ਾ 'ਚ ਚੱਲਣਾ ਕਰ। ਹੁਕਮ ਭਾਣਾ ਰਜ਼ਾ, ਇਹਦਾ ਅਰਥ ਕੀ ਹੈ? ਕੰਮ ਬਹੁਤ ਔਖਾ ਹੈ ਗੁਰੂ ਕੋਲ। ਜਿੱਦਣ ਰਜ਼ਾ 'ਚ ਆ ਗਏ ਉਦੋਂ ਰੱਬ ਮਿਲ ਗਿਆ। ਰਜ਼ਾ 'ਚ ਚੱਲਣਾ ਹੀ ਬਹੁਤ ਔਖਾ ਹੈ। ਸਭ ਤੋਂ ਔਖਾ ਕੰਮ ਇਹ ਹੀ ਹੈ। ਤੇ ਪਰ ਮਹਾਰਾਜ ਤੇ ਇੱਥੇ ਕਹਿੰਦੇ ਮੇਰੇ ਮਨ ਮੇਰੇ ਸਤਿਗੁਰ ਕੈ ਭਾਣੇ ਚੱਲ। ਸਤਿਗੁਰਾਂ ਦੀ ਰਜ਼ਾ 'ਚ ਤੈਨੂੰ ਚੱਲਣਾ ਚਾਹੀਦਾ ਹੈ। ਇੱਕ ਤਾਂ ਹੁੰਦੀ ਰੱਬ ਦੀ ਰਜ਼ਾ, ਵੀ ਰੱਬ ਜੋ ਕੁਝ ਕਰ ਰਿਹਾ। ਇੱਕ ਹੈਗੀ ਗੁਰੂ ਦੀ ਰਜ਼ਾ। ਇੱਥੇ ਸਤਿਗੁਰੂ ਦੀ ਰਜ਼ਾ 'ਚ ਗਿਆ ਵੀ ਗੁਰੂ ਜੋ ਕਹਿੰਦੇ ਉਹ ਕਰ। ਤੇ ਗੁਰੂ ਨੇ ਉਹ ਕਹਿਣਾ ਕਰਨ ਵਾਸਤੇ ਜਿਹੜੇ ਗੁਣ ਸਾਨੂੰ ਪਹਿਲਾਂ ਗੁਣਵੰਤੀ ਸੱਚ ਪਾਇਆ ਸ਼ਬਦ ਆਇਆ ਇਹ, ਜਿਹੜੇ ਗੁਣ ਸਾਨੂੰ ਰੱਬ ਨਾਲ ਮਿਲਾਉਂਦੇ ਆ, ਇਹ ਗੁਰੂ ਦੀ ਰਜ਼ਾ ਹੈ। ਗੁਰੂ ਦੀ ਸਿੱਖਿਆ ਤੇ ਜੀਵਨ ਜਿਉਣਾ। ਅਸੀਂ ਸਾਰਾ ਦਿਨ ਜੋ ਪੜ੍ਹਦੇ ਆ ਉਹੋ ਜਿਹਾ ਜੀਵਨ ਜਿਉਣੇ, ਉਹ ਗੁਰੂ ਦੀ ਰਜ਼ਾ ਹੈ, ਉਹ ਗੁਰੂ ਦਾ ਭਾਣਾ ਹੈ। ਇੱਕ ਹੁੰਦਾ ਰੱਬ ਦਾ ਭਾਣਾ, ਉਹ ਸਾਨੂੰ ਮੰਨਣਾ ਹੀ ਪੈਂਦਾ। ਉਹਨੇ ਜੋ ਕਰਨਾ ਉਹ ਕਰਨਾ ਹੈ ਤੇ ਉਹਦੀ ਰਜ਼ਾ 'ਚ ਹੀ ਸਾਨੂੰ ਰਹਿਣਾ ਪੈਣਾ। ਤੇ ਗੁਰੂ ਸਾਨੂੰ ਹੁਕਮ ਕਰਦਾ ਹੈ, ਇਹ ਉਹਦਾ ਭਾਣਾ, ਉਹਦੀ ਰਜ਼ਾ ਹੈ ਵੀ ਆਪ ਹੀ ਸਿੱਖਾ ਕਾਹਦਾ ਨਹੀਂ ਕਰਨਾ ਹੈ। ਰਹਿਤਨਾਮੇ ਪੜ੍ਹ ਦਿਓ, ਰਹਿਤ ਮਰਿਆਦਾ ਪੜ੍ਹ ਦਿਓ। ਗੁਰੂ ਗ੍ਰੰਥ ਸਾਹਿਬ 'ਚ ਬਚਨ ਨੇ ਸਿੱਖ ਦੀ ਆਹ ਰਹਿਣੀ ਹੈ ਭਾਈ, ਉਹ ਰਹਿਣੀ 'ਚ ਰਹਿਣਾ ਹੀ ਗੁਰੂ ਦੇ ਭਾਣੇ 'ਚ ਚੱਲਦਾ ਹੈ। ਮਹਾਰਾਜ ਕਹਿੰਦੇ ਸਵੇਰੇ ਉੱਠ ਕੇ ਬਾਣੀ ਪੜ੍ਹ, ਗੁਰੂ ਦਾ ਭਾਣਾ। ਮਹਾਰਾਜ ਕਹਿੰਦੇ ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੇ, ਗੁਰੂ ਦਾ ਭਾਣਾ। ਜੇ ਧਿਆਉਣੇ ਉਹ ਤਾਂ ਸ਼ਾਮ ਨੂੰ ਬਾਣੀ ਪੜ੍ਹ, ਗੁਰੂ ਦਾ ਭਾਣਾ। ਤੇ ਇਸੇ ਭਾਣੇ 'ਚ ਹੀ ਅਸੀਂ ਚੱਲਣਾ ਹੈ। ਇਹ ਗੁਰੂ ਦਾ ਭਾਣਾ ਹੈ।
ਜੋ ਗੁਰੂ ਹੁਕਮ ਕਰਦੇ ਉਹਨੂੰ ਮੰਨਣਾ ਹੀ, ਉਹਦੇ ਭਾਣੇ 'ਚ ਚੱਲਣਾ ਹੈ। ਤੇ ਮੇਰੇ ਮਨ ਸ਼ਬਦ ਨਾਲ ਜੁੜ ਜਾ, ਜੋ ਗੁਰੂ ਸਿੱਖਿਆ ਦਿੰਦੇ। ਸਾਡਾ ਕਥਾ ਸੁਣਨ ਦਾ ਮਤਲਬ ਹੀ ਇਹ ਹੈ, ਜੋ ਗੁਰੂ ਕਹਿੰਦੇ ਅਸੀਂ ਮੰਨੀਏ ਤੇ ਮੰਨਣਾ ਹੀ ਭਾਣੇ 'ਚ ਚੱਲਣਾ ਹੈ। ਤੇ ਭਾਣਾ ਕੌਣ ਮੰਨੇਗਾ? ਭਾਣਾ ਮੰਨੇ ਸੋ ਗੁਰਮੁਖ ਹੋਏ। ਗੁਰਮੁਖ ਗੁਰੂ ਨੂੰ ਮੁੱਖ 'ਚ ਰੱਖਣ ਵਾਲਾ ਉਹਦੇ ਭਾਣੇ 'ਚ ਆਉਂਦਾ ਹੈ। ਇਹੀ ਤੇ ਭਾਣਾ ਹੈ ਵੀ ਗੁਰੂ ਦੀ ਸਿੱਖਿਆ ਤੇ ਜੀਵਨ ਜਿਉਣਾ। ਤੇ ਗੁਰੂ ਦੀ ਸਿੱਖਿਆ ਕੀ ਹੈ? ਵਿਕਾਰ ਅੰਦਰੋਂ ਦੂਰ ਕਰ, ਤੂੰ ਚੁਗਲੀ ਨਹੀਂ ਕਰਨੀ, ਨਿੰਦਿਆ ਨਹੀਂ, ਠੱਗੀ ਨਹੀਂ ਮਾਰਨੀ, ਕਿਸੇ ਨਾਲ ਧੋਖਾ ਨਹੀਂ ਕਰਨਾ, ਬੇਈਮਾਨੀ ਨਹੀਂ ਕਰਨੀ ਹੈ, ਸੱਚ ਬੋਲਣਾ ਹੈ, ਧਰਮ ਦੀ ਕਿਰਤ ਕਰਨੀ ਹੈ, ਕੋਈ ਨਸ਼ੇ ਦਾ ਸੇਵਨ ਨਹੀਂ ਕਰਨਾ ਹੈ, ਰੱਬ ਦੀ ਯਾਦ 'ਚ ਜਿਉਣਾ। ਇਹੀ ਤੇ ਉਹਦਾ ਭਾਣਾ ਆ। ਤੇ ਭਾਣਾ ਮੰਨਣ ਵਾਲੇ ਪ੍ਰਵਾਨ ਹੋ ਜਾਂਦੇ ਰੱਬ ਦੇ ਘਰ। ਇਹ ਮਨ ਨੂੰ ਸੰਬੋਧਨ ਹੈ। ਬੜਾ ਗੁਰੂ ਦੀ ਸਿੱਖਿਆ ਦੇ ਚੱਲ। ਸਮਾਂ ਕਿੰਨਾ ਕੁ ਰਹਿ ਗਿਆ ਤੇਰੇ ਕੋਲ ਬਾਕੀ? ਇਹ ਮਨੁੱਖ ਆਪਣੇ ਆਪ ਦੇ ਨਾਲ ਗੱਲ ਕਰੇ ਤੇ ਆਪਣੇ ਆਪ ਨੂੰ ਸੁਧਾਰ ਸਕਦਾ ਹੈ। ਬਹੁਤਾ ਦੂਸਰਾ ਨਹੀਂ ਗੁਰਮੁਖ ਕਿਸੇ ਨੂੰ ਸੁਧਾਰ ਸਕਦਾ। ਮਨੁੱਖ ਆਪਣੇ ਆਪ ਨੂੰ ਸੁਧਾਰਨ ਦਾ ਯਤਨ ਕਰੇ ਤੇ ਗੱਲ ਫੇਰ ਬਣਨੀ ਹੈ। ਚਲੋ ਅਸੀਂ ਕਿਸੇ ਦਾ ਸੰਗ ਕਰੀਏ, ਬੜਾ ਅਸਰ ਪੈਂਦਾ ਇਸ ਗੱਲ ਦਾ। ਪਰ ਮਨੁੱਖ ਆਪਣੇ ਆਪ ਨੂੰ ਤੇ ਜੋੜਨ ਦਾ ਯਤਨ ਕਰੇ, ਫਿਰ ਬੜੀ ਜਲਦੀ ਬਖਸ਼ਿਸ਼ ਵਰਤਦੀ ਹੈ। ਇੱਥੇ ਸਤਿਗੁਰੂ ਮਨ ਨੂੰ ਸੰਬੋਧਨ ਹੋ ਕੇ ਕਹਿੰਦੇ, ਭਾਈ ਗੁਰੂ ਦੀ ਸਿੱਖਿਆ ਤੇ ਚੱਲਣਾ ਕਾਲ। ਨਿਜ ਘਰ ਵਸੈ ਅੰਮ੍ਰਿਤ ਪੀਵੈ, ਤਾ ਸੁਖ ਲਹਿ ਮਹੱਲ। ਫਿਰ ਆਪਣੇ ਅਸਲੀ ਟਿਕਾਣੇ ਤੇ ਨਿਜ ਘਰ 'ਚ ਵਸੇਗਾ ਤੇ ਉੱਥੇ ਅੰਮ੍ਰਿਤ ਪੀਵੇਂਗਾ ਸਦਾ ਹੀ। ਤਾਂ ਸੁਖ ਲਹਿ ਹੈ ਮਹੱਲ। ਉਸ ਮਹੱਲ 'ਚ ਟਿਕ ਕੇ ਹੀ ਸੁਖ ਤੈਨੂੰ ਪ੍ਰਾਪਤ ਹੋਣਾ ਹੈ, ਜਿਸ ਮਹੱਲ 'ਚ ਗੁਰੂ ਤੈਨੂੰ ਟਿਕਾਉਣਾ ਚਾਹੁੰਦਾ ਹੈ। ਮੰਨ ਲਓ ਵੀ ਗੁਰੂ ਸਾਹਿਬ ਅਸਲ ਦੇ ਵਿੱਚ ਨਾ, ਇਹ ਜਿਹੜਾ ਸਾਡਾ ਘਰ ਹੈ ਨਾ, ਇਹ ਵੀ ਇੱਕ ਮਹੱਲ ਹੈ। ਮਹੱਲ ਅਸੀਂ ਮਹਿਲ ਕਹਿ ਦਿੰਦੇ ਹਾਂ। ਤੇ ਜੇ ਅਸੀਂ ਇਸ ਘਰ 'ਚ ਵੀ ਗੁਰੂ ਦੀ ਮਰਜ਼ੀ ਅਨੁਸਾਰ ਟਿਕੇ ਆ ਨਾ, ਸੁੱਖ ਇੱਥੇ ਵੀ ਇਸ ਮਹਿਲ 'ਚ ਵੀ ਹੈ। ਤੇ ਜਿੱਥੇ ਗੁਰੂ ਟਿਕਾਉਂਦਾ, ਜੇ ਉੱਥੇ ਚਲੇ ਜਾਈਏ, ਉਹ ਸੁਰਤ ਦਾ ਇੱਕ ਮਹਿਲ ਹੈ ਜੀ, ਸੁਰਤ ਦਾ ਟਿਕਾਣਾ ਹੈ। ਦੋ ਮਹੱਲ ਹੋ ਗਏ। ਇੱਕ ਜਿੱਥੇ ਅਸੀਂ ਰਹਿ ਰਹੇ ਹਾਂ ਉਹ ਵੀ ਮਹੱਲ ਹੈ, ਉਹ ਉੱਥੇ ਵੀ ਗੁਰੂ ਦੀ ਮਰਜ਼ੀ ਅਨੁਸਾਰ ਰਹੀਏ, ਉੱਥੇ ਵੀ ਸੁੱਖ ਹੈ। ਜਿੱਥੇ ਗੁਰੂ ਸੁਰਤ ਲਿਜਾ ਕੇ ਟਿਕਾਉਣੀ ਚਾਹੁੰਦਾ ਹੈ ਨਿਜ ਘਰ ਦੇ ਅੰਦਰ, ਉੱਥੇ ਤੇ ਹੈ ਹੀ ਸੁੱਖ ਹੈ। ਉਸ ਮਹੱਲ ਨੂੰ ਜੇ ਪ੍ਰਾਪਤ ਕਰੇਗਾ ਨਾ, ਉੱਥੇ ਕੋਈ ਦੁੱਖ ਤੈਨੂੰ ਪੋ ਹੀ ਨਹੀਂ ਸਕਦਾ। ਉੱਥੇ ਤੇ ਆਨੰਦ ਹੀ ਆਨੰਦ ਹੈ, ਉੱਥੇ ਖੁਸ਼ੀ ਖੁਸ਼ੀ, ਉੱਥੇ ਖੇੜਾ ਹੀ ਖੇੜਾ ਹੈ। ਤੇ ਉੱਥੇ ਹੀ ਅੰਮ੍ਰਿਤ ਸਦਾ ਪੀਂਦਾ ਮਨੁੱਖ। ਚਲੋ ਆਪਾਂ ਖੱਡੇ ਦੀ ਪੌੜ ਛਕਦੇ, ਉਹਦੇ ਬਾਟਾ ਮੁੱਖ ਨੂੰ ਲਾਇਆ, ਬੜਾ ਰਸ ਵੀ ਆਇਆ, ਵਾਰ-ਵਾਰ ਕਿਹਾ ਵੀ ਮੈਨੂੰ ਹੋਰ ਅੰਮ੍ਰਿਤ, ਹੋਰ ਅੰਮ੍ਰਿਤ। ਉਹ ਰਸ ਜਿਹੜਾ ਮਨੁੱਖ 24 ਘੰਟੇ ਮਾਣ ਸਕਦਾ, ਗੁਰੂ ਸਾਹਿਬ ਜੀ ਕਹਿੰਦੇ, ਜੇ ਉਸ ਮਹਿਲ 'ਚ ਟਿਕ ਜਾਂਦਾ ਹੈ ਤਾਂ ਉੱਥੇ ਅੰਮ੍ਰਿਤ ਵੰਡੀਏ ਸੁਖੀਆ ਹਾਰ ਕਰਨਾ। ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ, ਉੱਥੇ ਅੰਮ੍ਰਿਤ ਛਕਾਇਆ ਜਾਂਦਾ। ਸੁਰਤ, ਰੂਹ, ਆਤਮਾ ਸਾਡੀ ਅੰਮ੍ਰਿਤ ਛਕਦੀ ਹੈ। ਤੇ ਉਹ ਅਵਸਥਾ ਜਿਹੜੀ ਫਿਰ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਹੈ। ਜੇ ਉਸ ਮਹਿਲ 'ਚ ਕੋਈ ਜਾ ਕੇ ਟਿਕ ਜਾਂਦਾ ਹੈ ਤਾਂ ਚਲੋ, ਗਰਮੀਆਂ 'ਚ ਕੋਈ ਘੁੰਮਣ ਜਾਂਦਾ ਹੈ ਤੇ ਉਹ ਆ ਕੇ ਗੱਲਾਂ ਕਰਦਾ, ਭਾਈ ਉੱਥੇ ਬੜਾ ਆਨੰਦ ਹੈ, ਉੱਥੇ ਇੱਥੇ ਤੇ ਬਹੁਤ ਗਰਮੀ, ਉੱਥੇ ਤੇ ਬੜੇ ਆਨੰਦ 'ਚ ਹੈ, ਇਹਨੇ ਦਿਨ ਹਫ਼ਤਾ ਕੱਟਿਆ, ਬਹੁਤ ਵਧੀਆ। ਇਹਦਾ ਮਤਲਬ ਹੈ ਵੀ ਇੱਥੇ ਦੁੱਖ ਸੀ, ਗਰਮੀ ਰੂਪੀ ਝੱਲਣਾ ਪਿਆ ਸੀ, ਤੇ ਉੱਥੇ ਆਨੰਦ ਹੈ। ਤੇ ਜਿਸ ਜਗ੍ਹਾ ਤੇ ਸਾਨੂੰ ਗੁਰੂ ਲਿਜਾਣਾ ਚਾਹੁੰਦਾ, ਉੱਥੇ ਕਿਉਂ ਨਾ ਆਨੰਦ ਹੋਏਗਾ ਵੀ? ਉੱਥੇ ਤੇ ਫਿਰ ਆਨੰਦ ਹੀ ਆਨੰਦ ਹੈ ਨਾ। ਤੇ ਮਹਾਰਾਜ ਕਹਿੰਦੇ ਉਸ ਮਹਿਲ 'ਚ ਤੂੰ ਟਿਕੇਂਗੇ ਤਾਂ ਜੇ ਸਤਿਗੁਰੂ ਦੀ ਰਜ਼ਾ 'ਚ, ਉਹਦੇ ਹੁਕਮ 'ਚ, ਉਹਦੇ ਭਾਣੇ 'ਚ ਚੱਲਾਂਗੇ ਤਾਂ ਵਿਸ਼ਰਾਮ ਦੇ ਕੇ ਮਹਾਰਾਜ ਕਹਿੰਦੇ ਹਨ, ਔਗਣਵੰਤੀ ਗੁਣ ਕੋ ਨਹੀਂ, ਬਹਿਲੜਾ ਮਿਲੈ ਹਦੂਰ। ਮਹਾਰਾਜ ਨੇ ਪਹਿਲਾਂ ਕਿਹਾ ਸੀ ਗੁਣਵੰਤੀ ਸੱਚ ਪਾਇਆ, ਹੁਣ ਕਿਹਾ ਔਗਣਵੰਤੀ ਗੁਣ ਕੋ ਨਹੀਂ, ਬੈਣ ਨਾ ਮਿਲੇ ਹਦੂਰ। ਕਹਿੰਦੇ ਹਜ਼ੂਰ, ਉਹਦੀ ਹਜ਼ੂਰੀ 'ਚ ਉਹਨੂੰ ਬਹਿਣਾ ਨਹੀਂ ਮਿਲਦਾ, ਕਿਉਂਕਿ ਉਹ ਰੱਬ ਬਿਠਾਉਣਾ ਹੀ ਨਹੀਂ ਚਾਹੁੰਦਾ। ਜੇ ਤੁਸੀਂ ਜੁੜੇ ਹੋ, ਚੰਗੇ ਹੋ, ਤੁਸੀਂ ਬੁਰੇ ਬੰਦੇ ਨੂੰ ਆਪਣੇ ਕੋਲ ਬਿਠਾਉਣਾ ਚਾਹੋਗੇ? ਕਦੀ ਵੀ ਨਹੀਂ ਬਿਠਾਉਣਾ ਚਾਹੋਗੇ। ਤੇ ਗੁਰੂ ਕਿਹਨਾਂ ਨੂੰ ਬਿਠਾਉਂਦਾ? ਜਿਹੜੇ ਗੁਣ ਸਿੱਖਣਾ ਚਾਹੁੰਦੇ ਹੈ, ਜਿਹੜੇ ਗੁਰੂ ਸਾਹਿਬ ਨਾਲ ਪਿਆਰ ਕਰਦੇ ਆ। ਦਾਸ ਨੇ ਬਹੁਤ ਵਾਰੀ ਬੇਨਤੀ ਕੀਤੀ, ਤੁਸੀਂ ਉਹਦਾ ਸੰਗ ਮਾਣੋਗੇ ਜਿਹਦਾ ਤੁਸੀਂ ਸੰਗ ਕਰਨਾ ਚਾਹੁੰਦੇ ਹੋ। ਮੈਂ ਆਪ ਜੀ ਦੇ ਕਦੇ ਚਲੇ ਜਾਂਦਾ ਹੈ, ਤੁਸੀਂ ਮੈਨੂੰ ਬਿਠਾਉਣਾ ਨਹੀਂ ਚਾਹੁੰਦੇ, ਤੁਸੀਂ ਮੈਨੂੰ ਸਮਝਦੇ ਹੋ ਵੀ ਇਹ ਠੀਕ ਬੰਦਾ ਨਹੀਂ ਹੈ, ਇਹਦੇ 'ਚ ਗੁਣ ਨਹੀਂ ਹੈ, ਇਹ ਤੇ
ਨਸ਼ੇ ਦਾ ਆਦੀ ਹੈ ਤੇ ਫਲਾਣਾ ਹੈ ਤੇ ਸਾਡੇ ਬੱਚਿਆਂ ਨੂੰ ਲੱਤ ਲਾਏਗਾ, ਅਸੀਂ ਉਹਦੇ ਤੋਂ ਖਾਣਾ ਛਡਾਉਣੇ ਆ। ਚੰਗੇ ਬੰਦੇ ਕੋਲ ਉਹ ਬੈਠ ਵੀ ਨਹੀਂ ਸਕਦਾ, ਚੰਗਾ ਬੰਦਾ ਉਹਦੇ ਕੋਲ ਬੈਠਣਾ ਵੀ ਨਹੀਂ ਚਾਹੁੰਦਾ। ਇਸ ਤਰ੍ਹਾਂ ਹੀ ਮਹਾਰਾਜ ਕਹਿੰਦੇ ਔਗਣਵੰਤੀਆਂ ਨੂੰ ਰੱਬ ਦੀ ਹਜ਼ੂਰੀ ਨਹੀਂ ਮਿਲਦੀ, ਉਹ ਰੱਬ ਗੁਰੂ ਕੋਲ ਨਹੀਂ ਬੈਠ ਸਕਦੇ ਆ। ਔਗਣਵੰਤੀ ਗੁਣ ਕੋ ਨਹੀਂ, ਕਿਉਂਕਿ ਉਹਨਾਂ 'ਚ ਗੁਣ ਹੀ ਉਹਨਾਂ ਗੱਲ ਹੀ ਨਹੀਂ ਚੱਜ ਦੀ ਕਰਨੀ ਹੈ। ਭੈੜੇ ਬੰਦੇ ਤਾਂ ਤੁਸੀਂ ਸਾਥ ਕਦੇ ਕਰੋਗੇ, ਕਦੇ ਵੀ ਨਹੀਂ ਕਰੋਗੇ। ਤੁਸੀਂ ਯਾਤਰਾ 'ਤੇ ਜਾਣਾ, ਪਹਿਲਾਂ ਪੁੱਛੋਗੇ ਭਾਈ ਸਾਥ, ਜੇ ਕੋਈ ਵਿੱਚੋਂ ਕਿਸੇ ਬੰਦੇ ਦਾ ਨਾਂ ਲੈ ਦੇ, ਨਾ ਭਾਈ ਵੀ ਆਪਣਾ ਨਹੀਂ, ਫਿਰ ਬੇਲ ਬੈਠਣਾ, ਉਹ ਆਪੇ ਨੇ ਤਾਂ ਨਹੀਂ, ਉੱਥੇ ਨਹੀਂ ਜਾਇਆ। ਫਿਰ ਕਿਤੇ ਸਹੀ ਵੀ ਜੇ ਤੁਹਾਡੇ 'ਚ ਗੁਣ ਨੇ, ਤੁਸੀਂ ਔਗਣ ਵਾਲੇ ਬੰਦੇ ਦਾ ਸੰਗ ਨਹੀਂ ਕਰ ਸਕਦੇ। ਤੇ ਜੇ ਹੈ ਹੀ ਆਪਾਂ ਸਾਰੇ ਇੱਕੋ ਜਿਹੇ ਹਾਂ, ਤੇ ਫਿਰ ਉਹ ਮਹਾਰਾਜ ਇਹੀ ਕਹਿੰਦੇ ਭਾਈ ਜਿਨ੍ਹਾਂ 'ਚ ਔਗਣ ਭਰੇ ਹੋਏ ਨੇ, ਜੀਵ ਰੂਪੀ ਇਸਤਰੀਆਂ ਔਗਣਾਂ ਨਾਲ ਭਰੀਆਂ, ਉਹ ਰੱਬ ਦੀ ਹਜ਼ੂਰੀ 'ਚ ਉਹਨਾਂ ਨੂੰ ਬਹਿਣਾ ਪ੍ਰਾਪਤ ਨਸੀਬ ਨਹੀਂ ਹੁੰਦਾ ਹੈ। ਮਨ ਮੁਖ ਸ਼ਬਦ ਨ ਜਾਣਾਏ, ਅਵਗਣ ਸੋ ਪ੍ਰਭ ਦੂਰ। ਮਨਮੁਖ ਗੁਰੂ ਦੀ ਸਿੱਖਿਆ ਤੇ ਨਹੀਂ ਚੱਲੇਗਾ, ਸ਼ਬਦ ਸੁਣੇਗਾ ਨਹੀਂ, ਤੇ ਅਵਗਣ ਸੋ ਪ੍ਰਭ ਦੂਰ। ਅਵਗਣਾ 'ਚ ਪਿਆ ਮਨੁੱਖ ਕਹਿੰਦੇ ਰੱਬ ਬਹੁਤ ਦੂਰ ਹੈ, ਸੋ ਪ੍ਰਭ ਦੂਰ। ਨੇੜੇ ਕੌਣ ਮੰਨਦਾ ਪ੍ਰਮਾਤਮਾ ਨੂੰ? ਗੁਰਮੁਖ, ਜਿਹਨੇ ਗੁਰੂ ਤੋਂ ਗਿਆਨ ਲੈ ਲਿਆ। ਦੂਰ ਕੌਣ ਮੰਨਦਾ ਹੈ? ਨਾਸਤਿਕ ਬੰਦਾ। ਇੱਕ ਬੰਦਾ ਕਹਿੰਦਾ ਵੀ ਰੱਬ ਹਾਜ਼ਰ ਨਾਜ਼ਰ ਹੈ, ਇੱਕ ਬੰਦਾ ਕਹਿੰਦਾ ਰੱਬ ਹੈ ਹੀ ਨਹੀਂ ਹੈ। ਫਰਕ ਕਾਹਦੇ 'ਚ ਹੈ? ਸੋਚ 'ਚ, ਗੁਣਾਂ 'ਚ ਤੇ ਔਗਣ। ਇੱਕ 'ਚ ਔਗਣ ਹੈ, ਇੱਕ 'ਚ ਗੁਣ ਹੈ। ਇੱਕ ਕਹਿੰਦਾ ਮੈਂ ਪ੍ਰਤੱਖ ਗੁਰੂ ਸਾਹਿਬ ਦੀ ਗੋਦ 'ਚ ਬੈਠਾ, ਰੱਬ ਦੀ ਗੋਦ 'ਚ ਬੈਠਾ। ਇੱਕ ਕਹਿੰਦਾ ਰੱਬ ਹੈ ਹੀ ਨਹੀਂ ਹੈ। ਕੱਲ੍ਹ ਵਾਲੇ ਸ਼ਬਦ 'ਚ ਆਇਆ ਸੀ ਵੀ ਉਹ ਕਹਿੰਦੇ ਅਸੀਂ ਵਿਚਰਦੇ ਹੀ ਰੱਬ ਦੀ ਹਜ਼ੂਰੀ 'ਚ ਹੈ। ਉਹ ਪਰਮਾਤਮਾ ਸਾਰੀਆਂ ਥਾਵਾਂ ਤੇ ਰਮਿਆ ਹੈ, ਤੇ ਔਗਣਹਾਰਾ ਬੰਦਾ ਕਹਿੰਦਾ ਵੀ ਰੱਬ ਹੈ ਹੀ ਨਹੀਂ, ਵਿਖਾਓ ਜੇ ਹੈਗਾ ਤੇ। ਦਾਸ ਨੇ ਅੱਗੇ ਵੀ ਇੱਕ ਵਾਰੀ ਬੇਨਤੀ ਕੀਤੀ ਸੀ, ਇੱਕ ਗੁਰਮੁਖ ਪਿਆਰਾ ਕਿਸੇ ਡਾਕਟਰ ਕੋਲ ਜਾਂਦਾ ਹੈ ਤੇ ਮੰਦਿਰ 'ਚ ਟੱਲ ਖੜਕਦੇ ਸੀ, ਤੇ ਡਾਕਟਰ ਕਹਿੰਦਾ ਵੀ ਐਵੇਂ ਲੋਕ ਆਪਣਾ ਸਮਾਂ ਬਰਬਾਦ ਕਰਦੇ, ਐਵੇਂ ਟੱਲ ਖੜਕਾ ਕੇ। ਮੈਂ ਕਿਸੇ ਰੱਬ ਨੂੰ ਨਹੀਂ ਮੰਨਦਾ, ਨਾ ਕੋਈ ਹੈ। ਗੁਰਮੁਖ ਪਿਆਰੇ ਨੇ ਡਾਕਟਰ ਸਾਹਿਬ ਨੂੰ ਕਿਹਾ ਜੀ ਰੱਬ ਹੈ, ਤੁਹਾਨੂੰ ਸ਼ਾਇਦ ਨਜ਼ਰ ਨਹੀਂ ਆਉਂਦਾ। ਉਹ ਕਹਿੰਦਾ ਜੇ ਹੈ ਤੇ ਫਿਰ ਕਰਾ ਦਰਸ਼ਨ। ਉਹ ਡਾਕਟਰ ਕਹਿੰਦਾ ਗੁਰਮੁਖ ਨੂੰ, ਉਹ ਕਹਿੰਦਾ ਮੈਨੂੰ 2-4 ਮਿੰਟ ਦਾ ਸਮਾਂ ਦਿਓ, ਮੈਂ ਤੁਹਾਨੂੰ ਰੱਬ ਦੇ ਦਰਸ਼ਨ ਕਰਵਾ ਦਿੰਦਾ। ਕਹਿੰਦਾ ਜੀ ਠੀਕ ਹੈ। ਤੇ ਉਹ ਜਿਹੜਾ ਗੁਰਮੁਖ ਪਿਆਰਾ ਗਿਆ ਹੈ ਨਾ ਡਾਕਟਰ ਕੋਲ, ਉਹ ਕਹਿੰਦਾ ਜੀ ਤੁਸੀਂ ਬਹੁਤ ਸਿਆਣੇ ਡਾਕਟਰ ਹੋ, ਇਹ ਮੈਂ ਮਰੀਜ਼ਾਂ ਤੋਂ ਸੁਣਿਆ ਜਿਹੜੇ ਠੀਕ ਹੋ ਗਏ ਤੁਹਾਡੇ ਤੋਂ, ਜਿਨ੍ਹਾਂ ਨੂੰ ਤੰਦਰੁਸਤੀ। ਕਹਿੰਦਾ ਵੀ ਚਲੋ ਉਹ ਠੀਕ ਹੋ ਜਾਂਦੇ ਆ, ਵੀ ਅਸੀਂ ਦਵਾਈ ਦਿੰਦੇ ਹਾਂ, ਮਰੀਜ਼ ਠੀਕ ਹੋ ਜਾਂਦਾ ਹੈ। ਤੇ ਕਹਿੰਦਾ ਜੀ ਜਿਹੜਾ ਮਰੀਜ਼ ਗੁਰਮੁਖ ਕਹਿੰਦਾ ਠੀਕ ਹੋ ਜਾਂਦਾ, ਉਹ ਕਹਿੰਦੇ ਵੀ ਤੁਸੀਂ ਰੱਬ ਹੋ ਉਹਦੇ ਵਾਸਤੇ, ਵੀ ਇਹ ਡਾਕਟਰ ਰੱਬ ਨੇ। ਮੈਂ ਮਰੀਜ਼ ਦੀ ਜ਼ੁਬਾਨ ਤੋਂ ਸੁਣਿਆ ਕਿ ਉਹ ਡਾਕਟਰ ਨੂੰ ਰੱਬ ਮੰਨਦੇ, ਜਿਹਨੂੰ ਤੁਸੀਂ ਬਚਾ ਦਿੰਦੇ ਹੋ। ਕਹਿੰਦਾ ਜੀ ਠੀਕ ਹੈ। ਤੇ ਉਹ ਕਹਿੰਦੇ ਨੇ ਸ਼ਰਧਾ ਨਾਲ। ਤੇ ਉਹ ਗੁਰਮੁਖ ਪਿਆਰਾ ਕਹਿੰਦਾ ਵੀ ਇਹ ਵੀ ਸੁਣਿਆ ਵੀ ਭਾਵੇਂ ਕੋਈ ਡਾਕਟਰ ਹੈ, ਕੋਈ ਦੁਕਾਨਦਾਰ ਹੈ, ਜਿਹੜਾ ਗਾਹਕ ਆਉਂਦਾ ਹੈ, ਗਾਹਕ ਕੁਝ ਵਿੱਚੋਂ ਰੱਬ ਵੇਖਦਾ ਵੀ ਇਹ ਗਾਹਕ ਰੱਬ ਹੈ ਮੇਰੇ ਵਾਸਤੇ, ਕਿਉਂਕਿ ਇਹਦੇ ਤੋਂ ਮੇਰੀ ਰੋਜ਼ੀ ਚੱਲ ਰਹੀ ਹੈ। ਕਹਿੰਦੇ ਵੀ ਠੀਕ ਹੈ। ਦੁਕਾਨਦਾਰ ਵਾਸਤੇ ਜਿਹੜਾ ਕਸਟਮਰ ਹੈ, ਗਾਹਕ ਹੈ, ਉਹ ਰੱਬ ਰੂਪ ਹੈ। ਤੇ ਗੁਰਮੁਖ ਪਿਆਰਾ ਹੱਸ ਪਿਆ, ਕਹਿਣ ਲੱਗਾ ਵੀ ਮਰੀਜ਼ਾਂ ਵਾਸਤੇ ਤੂੰ ਇੱਥੇ ਰੱਬ ਬੈਠਾ, ਤੇਰੇ ਵਾਸਤੇ ਮਰੀਜ਼ ਰੱਬ ਨੇ ਵੀ ਆਏ ਨੇ, ਇਹ ਤੋਂ ਰੋਜ਼ੀ ਚੱਲਦੀ, ਹੋਰ ਕਿਹੜੇ ਰੱਬ ਨੂੰ ਤੂੰ ਲੱਭਣਾ ਚਾਹੁੰਦਾ? ਤੇਰੇ 'ਚ ਵੀ ਰੱਬ ਬੈਠਾ, ਮਰੀਜ਼ਾਂ 'ਚ ਵੀ ਰੱਬ ਹੈ। ਉਹਨੇ ਫਿਰ ਹੋਰ ਗੁਰੂ ਗ੍ਰੰਥ ਸਾਹਿਬ 'ਚ ਉਦਾਹਰਨਾਂ ਦਿੱਤੀਆਂ। ਗੁਰਮੁਖ ਪਿਆਰੇ ਨੇ ਕਹਿੰਦਾ ਵੀ ਮਾਂ ਦੇ ਗਰਭ 'ਚ ਬੱਚਾ ਪਲ ਰਿਹਾ ਹੁੰਦਾ, ਤੁਸੀਂ ਬੱਚੇ ਦਾ ਇਲਾਜ ਕਰ ਸਕਦੇ ਹੋ। ਕਹਿੰਦੇ ਅਸੀਂ ਮਾਂ ਦਾ ਇਲਾਜ ਕਰਦੇ ਹਾਂ, ਬੱਚੇ ਦਾ ਨਹੀਂ। ਕਹਿੰਦੇ ਉਸ ਬੱਚੇ ਨੂੰ ਕੋਈ ਪਾਲ ਰਿਹਾ, ਕੋਈ ਸਾਂਭ ਰਿਹਾ, ਰਮਈਆ ਕੇ ਗੁਣ ਚੇਤ ਪੁਰਾਣੀ ਵਾਲੀਆਂ ਭਗਤੀਆਂ ਸੁਣਾ ਕੇ ਵੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ। ਜਿਹੜਾ ਤੂੰ ਸ਼ਬਦ ਹੈ ਨਾ, ਉਹ ਸਾਡੇ ਰੱਬ ਵਾਸਤੇ ਹੀ ਹੈ। ਉਹ ਗੁਰਮੁਖ ਪਿਆਰਾ ਡਾਕਟਰ ਨੂੰ ਕਹਿੰਦਾ ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਜੇ ਬੱਚੇ ਨੂੰ ਕਿਸੇ ਨੇ ਬਣਾਇਆ, ਇਹਦਾ ਮਤਲਬ ਉਹਨੂੰ ਬਣਾਉਣ ਵਾਲਾ ਕੋਈ ਹੈ। ਜਿਨ ਤੂੰ ਸ਼ਬਦ ਰੱਬ ਦਾ ਲਿਖਾਇਕ ਹੈ। ਸਾਜ ਸਵਾਰ ਸ਼ਿੰਗਾਰਿਆ ਗਰਭ ਅਗਣ ਮੈਂ ਜਿਨੇ ਉਮਾਰਿਆ। ਜਿਹੜਾ ਜਿਨੇ ਹੈ ਨਾ, ਇਹ ਰੱਬ ਦਾ ਲਿਖਾਇਕ ਹੈ।
ਕੋਈ ਚੀਜ਼ ਬਣੀ ਆ, ਲਾਈਟ ਜਗਦੀ ਹੈ, ਇਹਦਾ ਮਤਲਬ ਪਿੱਛੇ ਇੱਕ ਪ੍ਰੋਸੈਸ ਚੱਲਿਆ ਹੈ, ਕਿਤੇ ਉਹਨੂੰ ਲਾਈਟ ਆ ਰਹੀ ਹੈ ਤਾਂ ਤੁਹਾਨੂੰ ਰੋਸ਼ਨੀ ਦੇ ਰਹੀ। ਕਹਿੰਦਾ ਬਿਲਕੁਲ, ਕਹਿੰਦਾ ਜੇ ਬੱਚਾ ਜਨਮ ਲੈਂਦਾ ਇਹਦਾ ਮਤਲਬ ਕੋਈ ਜਨਮ ਦੇ ਰਿਹਾ ਉਹਨੂੰ। ਉਹ ਸਾਰੀਆਂ ਗੱਲਾਂ ਉਹਨੇ ਫਿਰ ਉਹ ਡਾਕਟਰ ਸਾਹਿਬ ਦੇ ਪਸੀਨਾ ਆ ਗਿਆ। ਕਹਿੰਦਾ ਜੀ ਰੱਬ ਰਮਿਆ ਹੈ, ਬਸ ਨਜ਼ਰੀਆ ਚਾਹੀਦਾ ਉਹਨੂੰ ਵੇਖਣ ਦਾ। ਤੇ ਉਹ ਨੌਕਰ ਨੂੰ ਪਾਣੀ ਮੰਗਿਆ ਉਹਨੇ, ਤੇ ਉਹ ਗੁਰਮੁਖ ਪਿਆਰਾ ਕਹਿੰਦਾ ਵੀ ਤੈਨੂੰ ਜਲ ਕਿੰਨੇ ਛਕਾਇਆ? ਤੇ ਉਹ ਡਾਕਟਰ ਨੂੰ ਕਹਿਣਾ ਪਿਆ, ਕਹਿੰਦਾ ਰੱਬ ਨੇ ਸਾਰਾ ਪ੍ਰਬੰਧ ਪ੍ਰਮਾਤਮਾ ਨੇ ਕੀਤਾ ਹੈ। ਜੋ ਕੁਝ ਅਸੀਂ ਵੇਖਦੇ ਹਾਂ ਸਾਰੇ ਸਿਸਟਮ ਨੂੰ ਵਾਹਿਗੁਰੂ ਚਲਾ ਰਿਹਾ ਹੈ। ਘਰ ਦਾ ਇੱਕ ਮੁਖੀ ਹੁੰਦੇ, ਉਹ ਸਾਰੇ ਪਰਿਵਾਰ ਨੂੰ ਸਾਂਭਦੇ, ਪਾਲਦੇ, ਚਲਾਉਂਦੇ, ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦੀਆਂ। ਅਸੀਂ ਸਾਰੇ ਰੱਬ ਦਾ ਪਰਿਵਾਰ ਹੈ। ਉਹ ਸਾਨੂੰ ਜਿੱਥੇ ਜਨਮ ਦਿੰਦੇ ਉੱਥੇ ਸਾਡੀ ਪ੍ਰਤਪਾਲਣਾ ਕਰਦਾ, ਉੱਥੇ ਸਾਡਾ ਸੰਘਾਰ ਕਰੇਗਾ, ਉੱਥੇ ਉਹ ਸਾਡੀਆਂ ਕਰਤੂਤਾਂ ਨੂੰ ਵੇਖਦਾ। ਜਿਵੇਂ ਮਾਂ ਪਿਓ ਬੱਚਿਆਂ ਨੂੰ ਪਾਲਦਾ ਹੈ ਤੇ ਬੱਚਿਆਂ ਦੀਆਂ ਹਰਕਤਾਂ 'ਤੇ ਵੀ ਨਜ਼ਰ ਰੱਖਦਾ ਹੈ। ਅਸੀਂ ਸਾਰੇ ਹੀ ਬੱਚਿਆਂ ਪ੍ਰਤੀ ਫਿਕਰਮੰਦ ਹੋਣ। ਕਿਸੇ ਦਾ ਧੀ ਜਵਾਨ ਹੈ, ਪੁੱਤਰ ਜਵਾਨ ਹੈ, ਮਾਂ ਪਿਓ ਨੂੰ ਇਸ ਗੱਲ ਦੀ ਟੈਨਸ਼ਨ ਹੈ ਬੱਚਾ ਬਾਹਰ ਗਿਆ, ਆਇਆ ਨਹੀਂ ਹੈ। ਬੱਚੇ ਦਾ ਫੋਨ ਮਾਂ ਪਿਓ ਚੈੱਕ ਕਰਦੇ, ਕਿਸੇ ਨਾਲ ਗਲਤ ਗੱਲ ਨਹੀਂ ਕਰਦਾ, ਕਿਸੇ ਨਾਲ ਕੁਝ ਵੀ ਨਹੀਂ ਕਰਦਾ। ਉਹ ਫਿਰ ਖਬਰ ਲੈਂਦੇ ਉਸ ਬੱਚੇ। ਇਸ ਤਰ੍ਹਾਂ ਰੱਬ ਸਾਨੂੰ ਸਾਂਭਦਾ ਹੈ, ਖਬਰਸਾਰ ਵੀ ਲੈਂਦਾ ਹੈ। ਸਾਧ ਹਜ਼ੂਰ ਹਾਜ਼ਰ ਹੈ ਨਾਜ਼ਰ ਵਾਲੀਆਂ ਭਗਤੀਆਂ ਆਪਾਂ ਨੇ ਬਹੁਤ ਪੜ੍ਹੀਆਂ। ਰੱਬ ਰਮਿਆ ਸ੍ਰਿਸ਼ਟੀ ਦੇ ਅੰਦਰ। ਇੱਥੇ ਵੀ ਸਤਿਗੁਰੂ ਇਹੀ ਗੱਲ ਕਹਿੰਦੇ ਹੈ ਵੀ ਉਹ ਬਹਿਣ ਨਾ ਮਿਲੇ ਹਦੂਰ, ਮਨਮੁਖ ਸ਼ਬਦ ਨਾ ਜਾਣੇ ਅਵਗਣ ਸੋ ਪ੍ਰਭ ਦੂਰ। ਮਨਮੁਖ ਗੁਰੂ ਦੀ ਸਿੱਖਿਆ ਨੂੰ ਨਹੀਂ ਜਾਣਦਾ ਤੇ ਰੱਬ ਨੂੰ ਦੂਰ ਸਮਝ। ਬਹੁਤ ਕਹਿੰਦੇ ਹੈ ਹੀ ਨਹੀਂ, ਬਹੁਤ ਕਹਿੰਦੇ ਰੱਬ ਦੂਰ ਹੈ। ਜਦੋਂ ਕਿਤੇ ਰੱਬ ਦੀ ਗੱਲ ਚੱਲੇਗੀ ਆਕਾਸ਼ ਵੱਲ ਹੱਥ ਕਰਨਗੇ ਦੂਰ, ਜਾਂ ਹੋਰ ਕਿਤੇ। ਮਹਾਰਾਜ ਕਹਿੰਦੇ ਰੱਬ ਦੂਰ ਨਹੀਂ ਹੈ, ਉਹਨਾਂ ਨੂੰ ਰੱਬ ਦੀ ਹਜ਼ੂਰੀ ਪ੍ਰਾਪਤ ਨਹੀਂ ਹੁੰਦੀ, ਕਿਉਂਕਿ ਮੈਲ ਨਾਲ ਭਰੇ ਹੋਏ ਹਨ। ਜਿਹੜੇ ਸੱਚ ਪਛਾਣਿਆ ਸੱਚ ਰਤੇ ਭਰਪੂਰ। ਸਤਿਗੁਰੂ ਕਹਿੰਦੇ ਜਿਹਨਾਂ ਨੇ ਸੱਚ ਨੂੰ ਪਛਾਣ ਲਿਆ ਨਾ, ਉਹ ਸੱਚ ਨਾਲ ਰਤੇ ਜਾਂਦੇ ਨੇ ਤੇ ਪਰਿਪੂਰਨ ਭਰ ਜਾਂਦੇ ਨੇ ਅੰਦਰੋਂ ਗੁਣਾਂ ਦੇ ਨਾਲ। ਜਿਹੜੇ ਸੱਚ ਨਾਲ ਜੁੜ ਗਏ ਉਹ ਪੂਰਨ ਤੌਰ ਤੇ ਨਕਾ ਨਕ ਭਰ ਜਾਂਦੇ ਹਨ। ਗੁਰ ਸਬਦੀ ਮਨ ਰੰਗਿਆ ਪ੍ਰਭ ਮਿਲਿਆ ਆਪ ਹਦੂਰ। ਗੁਰੂ ਦੀ ਕਿਰਪਾ ਦੁਆਰਾ ਮਨ ਜਿਹੜਾ ਨਾ ਬੇਦਿਆ ਦਾ ਅਰਥ ਹੁੰਦਾ ਹੈ ਵੀ ਪਸੀਜ ਗਿਆ, ਜੁੜ ਗਿਆ, ਵਿੰਨਿਆ ਗਿਆ। ਰੱਬ ਮਿਲਿਆ ਆਪ ਹਜ਼ੂਰ, ਫਿਰ ਆਪ ਉਹ ਰੱਬ ਜਿਹੜਾ ਆ ਕੇ ਮਿਲਿਆ ਜੀ। ਗੁਰ ਸ਼ਬਦੀ ਮਨ ਬੇਦਿਆ, ਜਿਨ੍ਹਾਂ ਦਾ ਮਨ ਗੁਰੂ ਦੇ ਸ਼ਬਦ ਦੁਆਰਾ ਰੱਬ ਦੇ ਨਾਮ ਵਿੱਚ ਵਿੰਨਿਆ ਗਿਆ। ਮਹਾਰਾਜ ਕਹਿੰਦੇ ਉਹਨਾਂ ਨੂੰ ਆਪ ਆਣ ਕੇ ਉਹ ਮਿਲਦਾ ਹੈ ਜੀ। ਆਪੇ ਰੰਗਣ ਰੰਗੇ ਓੜ ਸਭ ਦੇ ਲਿਓੜ ਮਿਲਾਏ। ਉਹ ਆਪੇ ਜੀਵਾਂ ਨੂੰ ਨਾਮ ਰੰਗ 'ਚ ਰੰਗ ਦਿੰਦੇ ਤੇ ਸ਼ਬਦ ਦੁਆਰਾ ਆਣ ਕੇ ਉਹਨਾਂ ਨੂੰ ਮਿਲਾ ਦਿੰਦਾ ਹੈ। ਸੱਚਾ ਰੰਗ ਨਾ ਉਤਰੈ ਜੋ ਸੱਚ ਤੇ ਲਿਵਦਾ। ਜਿਹੜੇ ਸੱਚ ਨਾਲ ਰਤੇ ਗਏ ਨਾ, ਜਿਨ੍ਹਾਂ ਦੀ ਲਿਵ ਜੁੜ ਗਈ, ਉਹ ਫਿਰ ਰੰਗ ਸੱਚਾ ਰੰਗ ਕਦੇ ਉਤਰਦਾ ਨਹੀਂ ਹੈ। ਰਾਮ ਰੰਗ ਕਦੇ ਉਤਰ ਨਾ ਜਾਏ। ਨਾਮ ਦਾ ਰੰਗ ਜਿਹਨੂੰ ਚੜ ਜਾਂਦਾ ਹੈ ਉਹ ਚਰਖੜੀ ਤੇ ਚੜ ਸਕਦਾ ਹੈ। ਉਹ ਦੇਗ 'ਚੋਂ ਬਾਲੇ ਖਾਏਗਾ ਪਰ ਉਹ ਰੰਗ ਕਦੇ ਉਤਰੇਗਾ ਨਹੀਂ। ਚਾਰੇ ਮੁੰਡਾ ਭਵ ਥਕੇ ਮਨ ਮੁਖ ਪੂਜ ਨਾ ਪਾਏ। ਜਿਹੜਾ ਮਨਮੁਖ ਹੈ ਉਹ ਚਾਰੇ ਕੁੰਡਾਂ 'ਚ ਭਵ ਥਕੇ, ਭੌਂ ਕੇ ਥੱਕ ਜਾਂਦਾ, ਸਮਝ ਇਹਨੂੰ ਕੋਈ ਨਹੀਂ ਪੈਂਦੀ ਹੈ। ਮਨਮੁਖ ਬੰਦਾ ਉਹ ਫਲਾਣੇ ਬਾਬੇ ਦੇ ਵੀ ਜਾਏਗਾ, ਫਲਾਣੇ ਦੇ ਵੀ ਜਾਏਗਾ, ਫਲਾਣੇ ਦੇ ਤੇ ਸਿੱਖਿਆ ਕਿਸੇ ਤੋਂ ਨਹੀਂ ਲੈਂਦਾ ਜੇ। ਉਹ ਬਸ ਐਂ ਹੀ ਚੱਕਰੀ ਕੱਢਦੇ ਰਹਿਣਾ ਉਹਨੇ ਮਰਨ ਤੱਕ ਦੀ। ਉਹ ਇੱਕ ਤੇ ਵਿਸ਼ਵਾਸ ਨਹੀਂ ਮੰਨਦਾ। ਇੱਧਰੋਂ 4 ਦਿਨ ਇੱਧਰ ਮੱਥਾ ਟੇਕ ਗਿਆ ਤੇ ਫਿਰ 4 ਦਿਨ ਉੱਧਰ ਚਲਾ ਗਿਆ, ਉੱਧਰੋਂ ਉੱਠਿਆ ਤੇ ਦੂਸਰੇ ਪਾਸੇ, ਦੂਸਰੇ ਤੀਸਰੇ ਪਾਸੇ। ਮਹਾਰਾਜ ਕਹਿੰਦੇ ਉਹ ਚਾਰਾ ਕੁੰਡਾਂ 'ਚ ਭੌਂਦੇ ਫਿਰਦੇ ਨੇ, ਮਨਮੁਖ ਨੂੰ ਕਦੇ ਸੋਝੀ ਨਹੀਂ ਪੈਂਦੀ ਹੈ। ਜਿਸ ਸਤਿਗੁਰ ਮਿਲੇ ਸੋ ਮਿਲੈ ਸੱਚਾ ਸ਼ਬਦ ਸਮਾਏ। ਜਿਨ੍ਹਾਂ ਨੂੰ ਸਤਿਗੁਰੂ ਬੁਲਾਉਂਦਾ ਹੈ ਨਾ ਰੱਬ ਨਾਲ, ਉਹ ਮਿਲ ਪੈਂਦੇ, ਫਿਰ ਸੱਚੇ 'ਚ ਸਮਾਏ ਰਹਿੰਦੇ ਹਨ। ਮਿੱਤਰ ਕਲੇਰੇ ਕਰ ਥਕੇ ਮੇਰਾ ਦੁੱਖ ਕਾਟੈ ਕੋਈ। ਜੀਵ ਰੂਪੀ ਇਸਤਰੀ ਕਹਿੰਦੀ ਹੈ ਵੀ ਮੈਂ ਕਨੇਰੇ ਮਿੱਤਰ ਕਰਕੇ ਥੱਕ ਗਈ ਐ, ਪਰ ਮੇਰਾ ਦੁੱਖ ਕਿਸੇ ਨੇ ਕੱਟਿਆ ਕੋਈ ਹੈ ਜਿਹੜਾ ਮੇਰਾ ਦੁੱਖ ਕੱਟ ਦੇ। ਜੰਮਣ ਮਰਨ ਦਾ ਦੁੱਖ। ਕੱਲ੍ਹ ਕਿਹਾ ਹੈ ਨਾ ਮਹਾਰਾਜ ਨੇ, ਬੇਣ ਗੁਰ ਰੋਗ ਨਾ ਟੁੱਟੇ ਹੀ ਹਉਮੈ ਪੀੜ ਨਾ ਜਾਏ। ਆ ਜਿਹੜੀ ਪੀੜ ਮੇਰੇ ਅੰਦਰੋਂ ਦੂਰ ਕਰਦੇ, ਜਨਮ ਮਰਨ ਦਾ ਦੁੱਖ ਕੱਟਦੇ, ਕੋਈ ਇਹੋ ਜਿਹਾ ਮਿੱਤਰ ਹੈ ਕਿ ਮਿਲ ਪ੍ਰੀਤਮ ਦੁੱਖ ਕਟਿਆ
ਸ਼ਬਦ ਮਿਲਾਵਾ ਹੋਏ। ਜਦੋਂ ਇਹ ਅਰਦਾਸ ਕੀਤੀ ਫਿਰ ਮੇਲ ਪ੍ਰੀਤਮ ਨੂੰ ਪਤੀ ਪ੍ਰਮਾਤਮਾ ਨੂੰ ਮਿਲ ਕੇ ਜੀਵ ਰੂਪੀ ਇਸਤਰੀ ਕਹਿੰਦੀ ਹੈ ਦੁੱਖ ਕੱਟਿਆ ਗਿਆ, ਸ਼ਬਦ ਦੁਆਰਾ ਮੇਰਾ ਮਿਲਾਵਾ ਫਿਰ ਜਿਹੜਾ ਹੈ, ਮਿਲਾਪ ਰੱਬ ਨਾਲ ਹੋ ਗਿਆ ਜੀ। ਸੱਚ ਕਟਣਾ ਸੱਚ ਰਾਸ ਹੈ, ਸੱਚੇ ਸੱਚੇ ਸੋਏ। ਗੁਰਮੁਖ ਜਿਹੜਾ ਉਹ ਸੱਚ ਦੀ ਖੱਟੀ ਖੱਟਦਾ ਹੈ ਤੇ ਸੱਚ ਹੀ ਉਹਦੇ ਵਾਸਤੇ ਰਾਸ ਹੈ। ਉਹ ਰਾਸ ਪੂੰਜੀ ਜਿਹਨੂੰ ਆਪਾਂ ਰਸਤੇ ਦਾ ਜਿਹੜਾ ਆਪਾਂ ਰਾਸ ਪੂੰਜੀ ਜਾਂ ਉਹ ਪੁਰਾਣੇ ਬਜ਼ੁਰਗ ਜਿਹੜੇ ਜਾਂਦੇ ਹੁੰਦੇ ਹਨ ਉਹ ਆਪਣੇ ਪਰਨੇ ਦੇ ਪੱਲੇ ਨਾਲ ਕੁਝ ਨਾ ਕੁਝ ਬੰਨ੍ਹਦੇ ਹਨ। ਉਹ ਬਸ ਆ ਜਿਹੜੀ ਰਾਸ ਦਾ ਇਹਦਾ ਅਰਥ ਉਹ ਹੀ ਹੈ ਰਸਤੇ 'ਚ ਵਰਤਣ ਵਾਸਤੇ। ਕਹਿੰਦੇ ਉਹ ਸੱਚ ਦੀ ਖੱਟੀ ਖੱਟਦੇ ਨੇ, ਸੱਚ ਨੂੰ ਇਕੱਤਰ ਕਰਦੇ ਨੇ, ਸੱਚ 'ਚ ਹੀ ਸਮਾਏ ਰਹਿੰਦੇ ਹਨ। ਸੱਚ ਮਿਲੇ ਸੇ ਨਾ ਵਿਛੜੈ, ਨਾਨਕ ਗੁਰਮੁਖ ਹੋਏ। ਨਾਨਕ ਜਿਹੜਾ ਗੁਰਮੁਖ ਹੋ ਗਿਆ ਉਹ ਸੱਚ ਮਿਲੇ ਸੇ ਨਾ ਵਿਛੜੇ, ਸੱਚ ਨੂੰ ਮਿਲ ਜਾਂਦਾ ਹੈ ਔਰ ਗੁਰਮੁਖ ਕਦੇ ਫਿਰ ਉਹਦੇ ਨਾਲੋਂ ਵਿਛੜਦਾ ਨਹੀਂ। ਸ੍ਰੀ ਰਾਗ ਮਹਲਾ ਤੀਜਾ, ਆਪੇ ਕਾਰਨ ਕਰਤਾ ਕਰੇ, ਸ੍ਰਿਸ਼ਟ ਦੇਖੈ ਆਪਿਓ ਪਾਏ। ਉਹਨੇ ਕਰਤੇ ਨੇ ਸ੍ਰਿਸ਼ਟੀ ਨੂੰ ਰਚਿਆ, ਉਹਨੇ ਉਹ ਪਹਿਲਾਂ ਚਲੋ ਜਦੋਂ ਸ੍ਰਿਸ਼ਟੀ ਦੀ ਰਚਨਾ ਦੀ ਕਿਤੇ ਗੱਲ ਆਉਂਦੀ ਕਹਿੰਦੇ ਪਹਿਲਾਂ ਅਣੂ ਬਣੇ, ਫਿਰ ਉਹ ਬੰਦੇ ਦੀ ਉਪਜ ਹੋਈ, ਫਿਰ ਗਾਂ ਮਾਤਾ ਪਿਤਾ ਦੇ ਸੰਯੋਗ ਤੋਂ ਬੱਚੇ। ਉਹ ਪ੍ਰਮਾਤਮਾ ਨੇ ਆਪ ਹੀ ਇਹ ਸਾਰਾ ਕੁਝ ਕੀਤਾ ਜੀ। ਤੇ ਸ੍ਰਿਸ਼ਟ ਦੇਖੇ ਆਪ ਉਹ ਪਾਏ, ਆਪ ਸ੍ਰਿਸ਼ਟੀ ਨੂੰ ਪੈਦਾ ਕਰਕੇ ਉਹ ਵੇਖਦਾ ਵੀ ਹੈ। ਦਾਸ ਨੇ ਪਹਿਲਾਂ ਹੀ ਬੇਨਤੀ ਕਰ ਦਿੱਤੀ ਹੈ ਸਾਡੇ ਬੱਚੇ ਹੈ, ਅਸੀਂ ਉਹਨਾਂ ਨੂੰ ਸਾਂਭਦੇ ਵੀ ਤੇ ਉਹਨਾਂ ਤੇ ਨਜ਼ਰ ਵੀ ਰੱਖਦੇ, ਵੇਖਦੇ ਵੀ ਰੱਬ ਵੀ ਇਸ ਤਰ੍ਹਾਂ ਕਰਦਾ ਹੈ ਜੀ। ਸਭ ਏਕੋ ਇੱਕ ਵਰਤਦਾ, ਅਲਖ ਨਾ ਲਖਿਆ ਜਾਏ। ਸਭ ਪਾਸੇ ਇੱਕ ਵਾਹਿਗੁਰੂ ਵਰਤ ਰਿਹਾ ਹੈ, ਉਹ ਅਲੱਖ ਹੈ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜੀ। ਆਪੇ ਪ੍ਰਭੂ ਦਇਆਲ ਹੈ, ਆਪੇ ਦੇ 부ਝਾਏ। ਉਹ ਪ੍ਰਭੂ ਆਪ ਹੀ ਦਿਆਲ ਹੈ ਤੇ ਆਪ ਹੀ ਆਪਣੀ ਜਾਣਕਾਰੀ ਦੇ ਦਿੰਦਾ ਹੈ, ਬੁਝਾਏ ਸੋਝੀ ਬਖਸ਼ ਦਿੰਦਾ ਆਪਣੇ ਬਾਰੇ ਜੀ। ਗੁਰਮਤਿ ਸਦ ਮਨ ਵਸਿਆ, ਸੱਚ ਰਹੇ ਲਿਵ ਲਾਏ। ਗੁਰਮਤਿ ਤੇ ਚੱਲਿਆ ਉਹ ਪ੍ਰਮਾਤਮਾ ਦਾ ਨਾਮ ਸਦਾ ਮਨ 'ਚ ਵਸਿਆ ਰਹਿੰਦਾ ਹੈ ਤੇ ਮਨ ਜਿਹੜਾ ਉਹ ਵਾਹਿਗੁਰੂ ਨਾਲ ਜੁੜਿਆ ਰਹਿੰਦਾ ਹੈ ਜੀ। ਮਨ ਮੇਰੇ ਗੁਰ ਕੀ ਮਨ ਲੈ ਰਜਾਏ। ਮੇਰੇ ਮਨ ਗੁਰੂ ਦੀ ਰਜ਼ਾ ਚਾਹ, ਉਹ ਪਹਿਲਾਂ ਮਾਰੇ ਨੇ ਕਿਹਾ ਸੀ ਮਨ ਮੇਰੇ ਸਤਿਗੁਰ ਕੈ ਭਾਣੇ। ਚੱਲ ਅਰਥ ਦੋਵਾਂ ਦੇ ਕੀ ਹੈ, ਮਨ ਮੇਰੇ ਗੁਰ ਕੀ ਮਨ ਲੈ ਰਜਾਏ, ਗੁਰੂ ਦੀ ਸਿੱਖਿਆ ਨੂੰ, ਗੁਰੂ ਦੀ ਰਜ਼ਾ ਨੂੰ, ਗੁਰੂ ਦੇ ਹੁਕਮ ਨੂੰ ਮੰਨਣਾ। ਮਨ ਤਨ ਸੀਤਲ ਸਭ ਥੀਐ, ਨਾਮ ਵਸੈ ਮਨ ਆਏ। ਸਭ ਪਾਸੋਂ ਫਿਰ ਮਨ ਤਨ ਸੀਤਲ ਹੋ ਜਾਂਦਾ ਹੈ, ਪ੍ਰਸੰਨ ਹੋ ਜਾਂਦਾ ਹੈ, ਠੰਡਾ ਹੋ ਜਾਂਦਾ ਹੈ ਤੇ ਨਾਮ ਸੁਰਤ 'ਚ ਵਸ ਜਾਂਦਾ ਹੈ। ਜਿਨ ਕਰ ਕਾਰਨ ਧਾਰਿਆ, ਸੋਈ ਸਾਰ ਕਰੇ। ਕਹਿੰਦੇ ਜਿਹਨੇ ਇਹ ਤਨ ਤਾਂ ਦਿੱਤਾ ਹੈ ਸਾਨੂੰ, ਜਿਹਨੇ ਸਭ ਕੁਝ ਦਿੱਤਾ ਹੈ, ਸਾਰ ਵੀ ਉਹ ਕਰਦਾ ਹੈ। ਸਭਨਾ ਕੰਮ ਆਪ ਹੀ ਉਹ ਆਪ ਹੈ, ਆਪੇ ਸਾਰ ਕਰੇ। ਜਿਨ ਕਰ ਕਾਰਨ ਧਾਰਿਆ, ਜਿਹਨੇ ਆਪੇ ਸ੍ਰਿਸ਼ਟੀ ਨੂੰ ਸਾਜਿਆ, ਸਾਰਿਆਂ ਦੀ ਸੰਭਾਲ ਸਾਰ ਦੇਖਭਾਲ ਕਰ ਰਿਹਾ ਹੈ। ਗੁਰ ਕੈ ਸ਼ਬਦ ਪਛਾਣੀਐ, ਜਾ ਆਪੇ ਨਦਰ ਕਰੇ। ਗੁਰੂ ਦੇ ਸ਼ਬਦ ਨਾਲ ਜੁੜ ਕੇ ਉਹਨੂੰ ਮਨੁੱਖ ਪਛਾਣ ਲੈਂਦਾ ਜਦੋਂ ਆਪੇ ਮਿਹਰ ਭਰੀ ਨਜ਼ਰ ਕਰ ਦਿੰਦਾ ਹੈ। ਸੇ ਜਨ ਸਬਦੇ ਸੋਹਣੇ, ਤਿਤ ਸਚੈ ਦਰਬਾਰ। ਉਹ ਜਨ ਫਿਰ ਸ਼ਬਦ ਨਾਲ ਜੁੜ ਕੇ ਸੋਹਣੇ ਬਣ ਜਾਂਦੇ ਤੇ ਸੱਚੇ ਦਰਬਾਰ 'ਚ ਪ੍ਰਵਾਨ ਹੋ ਜਾਂਦੇ ਹਨ। ਗੁਰਮੁਖ ਸਚੈ ਸ਼ਬਦ ਰਤੇ, ਆਪ ਮਿਲੇ ਕਰਤਾਰ। ਗੁਰਮੁਖ ਸੱਚੇ ਸ਼ਬਦ 'ਚ ਰਤੇ ਜਾਂਦੇ ਨੇ, ਆਪ ਕਰਤਾਰ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਗੁਰਮਤਿ ਸੱਚ ਸਲਾਹਣਾ, ਜਿਸ ਦਾ ਅੰਤ ਨ ਪਾਰਾਵਾਰ। ਉਹ ਗੁਰਮਤ ਤੇ ਚੱਲ ਕੇ ਸੱਚ ਦੀ ਸਲਾਹੁਣਾ ਕਰਦੇ ਐ, ਉਹਦੀ ਸਿਫਤ ਸਲਾਹ ਕਰਦੇ ਜਿਹਦਾ ਕੋਈ ਅੰਤ ਤੇ ਪਾਰਾਵਾਰ ਨਹੀਂ ਹੈ। ਘਟ ਘਟ ਆਪੇ ਹੁਕਮ ਵਸੈ, ਹੁਕਮੇ ਕਰੇ ਵਿਚਾਰ। ਉਹ ਘਟ ਘਟ ਦੇ ਅੰਦਰ ਆਪੇ ਹੀ ਹੁਕਮ ਰੂਪ 'ਚ ਵਸ ਰਿਹਾ ਹੈ ਤੇ ਆਪੇ ਹੀ ਇਹਦੀ ਵਿਚਾਰ ਕਰ ਰਿਹਾ ਹੈ। ਗੁਰ ਸਬਦੇ ਸਲਾਹੀਐ, ਹਉਮੈ ਵਿੱਚੋਂ ਕੋਏ। ਗੁਰੂ ਦੇ ਸ਼ਬਦ ਨਾਲ ਜੁੜ ਕੇ ਹਉਮੈ ਦੂਰ ਹੋ ਜਾਂਦੀ ਤੇ ਮਨੁੱਖ ਸਿਫਤ ਸਲਾਹ ਨਾਲ ਸਦਾ ਵਾਸਤੇ ਜੁੜ ਜਾਂਦਾ ਹੈ। ਸਾ ਧਨ ਨਾਵੈ ਬਾਹਰੀ,
ਅਵਗਣਵੰਤੇ ਰੋਏ। ਜਿਹੜੀ ਔਗਣਵੰਤੀ ਜੀਵ ਰੂਪੀ ਇਸਤਰੀ ਹੈ ਨਾ, ਉਹ ਨਾਮ ਧਨ ਤੋਂ ਬਾਹਰ ਹੀ ਰਹਿੰਦੀ ਹੈ, ਤੇ ਫਿਰ ਔਗਣਾ ਕਰਕੇ ਉਹਨੂੰ ਪਛਤਾਵਾ ਰੋਣਾ ਪੈਂਦਾ ਹੈ। ਆਪੇ ਮੇਲ ਮਿਲਾਏਦਾ ਫਿਰ ਵਿਛੋੜਾ ਨਾ ਹੋਏ। ਉਹ ਆਪੇ ਨਾਲ ਆਪਣੇ ਮੇਲ ਮਿਲਾ ਦਿੰਦੇ, ਪਰ ਫਿਰ ਕਦੇ ਵਿਛੋੜਾ ਨਹੀਂ ਪੈਂਦਾ ਹੈ ਜੀ। ਨਾਨਕ ਗੁਰ ਸਲਾਹੀ ਆਪਣਾ ਜਿਤੂ ਪਾਈ ਪ੍ਰਭ ਸੋਈ। ਨਾਨਕ ਆਪਣੇ ਗੁਰੂ ਦੀ ਸਿਫਤ ਸਲਾਹ ਕਰ, ਜਿਸ ਤਰ੍ਹਾਂ ਵੀ ਤੈਨੂੰ ਰੱਬ ਮਿਲ ਜਾਂਦੇ, ਪ੍ਰਭੂ ਮਿਲ ਜਾਂਦੇ, ਜਿਤੂ ਪਾਈ ਪ੍ਰਭ ਸੋਏ, ਉਸ ਤਰੀਕੇ ਨਾਲ ਗੁਰੂ ਦੀ ਸੇਵਾ ਕਰ, ਗੁਰੂ ਦੀ ਸਿੱਖਿਆ ਤੇ ਚੱਲ ਵੀ ਤੈਨੂੰ ਰੱਬ ਮਿਲ ਜੇ। ਸਾਡੇ ਮਨੁੱਖਾ ਜਨਮ ਦਾ ਜਿਹੜਾ ਪ੍ਰਯੋਜਨ ਵੀ ਇਹ ਹੈ, ਜੋਤੀ ਜੋਤ ਰਲੀ ਸੋ ਪੂਰਨ ਥੀਆ ਰਾਮ। ਇਹਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤ ਦਾ ਧੰਨਵਾਦ ਜੀ ਆਇਆਂ ਨੂੰ। ਭਾਈ ਇਹਨਾਂ ਸਥਾਨਾਂ ਦੀ ਸੇਵਾ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਕਰਵਾ ਰਹੇ ਹੈ। ਚੱਲ ਰਹੀਆਂ ਸੇਵਾਵਾਂ ਦੇ ਵਿੱਚ ਹਿੱਸੇ ਪਾ ਕੇ ਆਪ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹੋ ਜੀ। ਸਮੁੱਚੀਆਂ ਸੰਗਤਾਂ ਦਾ ਧੰਨਵਾਦ ਜੀ ਆਇਆਂ ਨੂੰ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ